ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਲੁਕਮਾ ਸੱਚ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਅਤੇ ਭਾਰਤ ਦੀ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ। ਕੱਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਆਏ ਸੀ, ਜਿੱਥੇ ਉਹਨਾਂ ਦੀ ਰੈਲੀ ਸੀ, ਪਰ ਕੁਝ ਕਾਰਨਾਂ ਦੇ ਕਰਕੇ ਰੈਲੀ ਜਿਹੜੀ ਹੋ ਨਹੀਂ ਪਾਈ। ਵੱਖ-ਵੱਖ ਪਾਰਟੀਆਂ ਜਾਂ ਪੰਜਾਬ ਦੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਸਭ ਡਰਾਮਾ ਕੀਤਾ ਗਿਆ ਹੈ, ਉਹਨਾਂ ਦੀ ਰੈਲੀ ਦੇ ਵਿੱਚ ਇਕੱਠ ਨਹੀਂ ਸੀ, ਇਸ ਕਰਕੇ ਉਹਨਾਂ ਨੇ ਰੈਲੀ ਨਹੀਂ ਕੀਤੀ। ਤਾਂ ਦੂਜੇ ਪਾਸੇ ਪ੍ਰਧਾਨ ਮੰਤਰੀ ਦੀ ਪਾਰਟੀ, ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਕੁਝ ਹੋਰ ਗੱਲਾਂ ਜਿਹੜੀਆਂ ਉਹ ਕਹਿ ਰਹੇ ਨੇ। ਅੱਜ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਵੱਲੋਂ ਵੀ ਜਿਹੜਾ ਹੈਗਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲਬਾਤ ਕੀਤੀ ਗਈ ਤੇ ਸੁਰੱਖਿਆ ਦੇ ਮੱਦੇਨਜ਼ਰ ਜੋ ਪੰਜਾਬ ਦੇ ਵਿੱਚ ਘਟਨਾ ਵਾਪਰੀ ਹੈ ਉਹਨੂੰ ਸੁਰੱਖਿਆ ਦੇ ਆਧਾਰ ਬਣਾ ਕੇ ਚਿੰਤਾ ਜ਼ਾਹਿਰ ਕੀਤੀ ਹੈ। ਤਾਂ ਉਧਰ ਪ੍ਰਧਾਨ ਮੰਤਰੀ ਦੇ ਨਾਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਵੱਲੋਂ ਵੀ ਜਿਹੜੀ ਹੈ ਮੁਲਾਕਾਤ ਕੀਤੀ ਗਈ ਹੈ। ਪੰਜਾਬ ਦੇ ਅੰਦਰ ਚਰਚਾ ਛਿੜ ਚੁੱਕੀ ਹੈ ਕਿ ਕੁਝ ਵੱਡਾ ਹੋਣ ਵਾਲਾ ਹੈ, ਪੰਜਾਬ ਦੇ ਅੰਦਰ ਹਾਲਾਤ ਖਰਾਬ ਹੋ ਸਕਦੇ ਨੇ ਜਾਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੋ ਸਕਦੀਆਂ ਨੇ। ਕੀ ਪੰਜਾਬ ਦੀਆਂ ਚੋਣਾਂ ਲੇਟ ਕੀਤੀਆਂ ਜਾਣ ਦੀ ਤਿਆਰੀ ਹੈ? ਕੀ ਪੰਜਾਬ ਦੇ ਅੰਦਰ ਗਵਰਨਰ ਰਾਜ ਲਾਉਣ ਦੀ ਤਿਆਰੀ ਹੈ? ਕੀ ਕੁਝ ਹੋ ਰਿਹਾ ਹੈ? ਤਿਆਰੀਆਂ ਕਿਸ ਚੀਜ਼ ਦੀਆਂ ਨੇ? ਇਸ ਖਬਰ ਦੇ ਲੁਕਵੇਂ ਸੱਚ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ। ਨਾਲ ਮੇਰੇ ਜੁੜੇ ਹੋਏ ਨੇ ਰਾਜਨੀਤੀ ਸ਼ਾਸਤਰ ਦੇ ਉੱਘੇ ਵਿਦਵਾਨ ਡਾਕਟਰ ਕੁਲਦੀਪ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਧੰਨਵਾਦ ਸੁਖਵਿੰਦਰ। ਡਾਕਟਰ ਸਾਹਿਬ, ਜੋ ਕੁਝ ਕੱਲ ਘਟਨਾਵਾਂ ਵਾਪਰੀਆਂ, ਇੱਕ ਇੱਕ ਚੀਜ਼ ਜਿਹੜੀ ਹੈ, ਇੱਕ ਇੱਕ ਗੱਲ ਅਸੀਂ ਆਪਣੇ ਦਰਸ਼ਕਾਂ ਨੂੰ ਰਾਤ ਤੱਕ ਦੱਸਦੇ ਰਹੇ ਹਾਂ। ਆਪਣਾ ਜਿਹੜਾ ਆਖਰੀ ਪ੍ਰੋਗਰਾਮ ਆਪਾਂ ਦੋਵਾਂ ਨੇ ਹੀ ਇਸ ਚੈਨਲ ਤੇ ਕੀਤਾ ਸੀ, ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਪਾਂ ਅਜਿਹੀਆਂ ਕਹੀਆਂ ਜਿਹੜੀਆਂ ਸਵੇਰ ਚੜ੍ਹਦਿਆਂ ਸੱਚ ਹੋਈਆਂ। ਹੁਣ ਡਾਕਟਰ ਸਾਹਿਬ ਚਰਚਾ ਇਹ ਛਿੜੀ ਹੈ ਕਿ ਹੁਣ ਥੋੜੀ ਦੇਰ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਰਾਸ਼ਟਰਪਤੀ ਦੀ ਮੁਲਾਕਾਤ ਹੋਈ ਹੈ। ਉਹਨਾਂ ਨੇ ਕੱਲ ਜੋ ਪੰਜਾਬ ਦੇ ਅੰਦਰ ਹੋਇਆ, ਭਾਰਤ ਦੇ ਪ੍ਰਧਾਨ ਮੰਤਰੀ ਦੀ ਰੈਲੀ ਰੱਦ ਹੋਈ, ਸੁਰੱਖਿਆ ਦਾ ਹਵਾਲਾ ਦੇ ਕੇ ਚਿੰਤਾ ਜ਼ਾਹਿਰ ਕੀਤੀ ਹੈ। ਜਿਹੜੇ ਉਪ ਰਾਸ਼ਟਰਪਤੀ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਤੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕੀਤੀ ਹੈ। ਕਿਵੇਂ ਦੇਖਦੇ ਹੋ? ਪੰਜਾਬ ਦੇ ਅੰਦਰ ਚਰਚਾ ਛੜ ਗਈ ਹੈ, ਵੱਖ-ਵੱਖ ਚੈਨਲਾਂ ਦੇ ਉੱਪਰ ਚਰਚਾ ਛੜ ਗਈ ਹੈ ਤੇ ਨਾਲ ਹੀ ਨਾਲ ਆਮ ਲੋਕਾਂ ਦੇ ਅੰਦਰ ਸੋਸ਼ਲ ਮੀਡੀਆ ਤੇ ਚਰਚਾ ਛਿੜ ਗਈ ਹੈ ਕਿ ਕੁਝ ਵੱਡਾ ਹੋਣ ਵਾਲਾ ਹੈ। ਇਹ ਚਰਚਾ ਕੀ ਹੈ? ਕੀ ਕੁਝ ਵੱਡਾ ਹੋਣ ਜਾ ਰਿਹਾ, ਜਾਂ ਜਿਸ ਤਰੀਕੇ ਨਾਲ ਗੱਲਾਂ ਵਧਾ ਚੜਾ ਕੇ ਕੀਤੀਆਂ ਜਾ ਰਹੀਆਂ ਇਸੇ ਤਰੀਕੇ ਦੇ ਨਾਲ ਹੀ ਨੇ, ਜਾਂ ਕੋਈ ਗੱਲ ਕੁਝ ਹੋਰ? ਸੁਖਵਿੰਦਰ, ਜਿਹੜੇ ਰਾਸ਼ਟਰਪਤੀ ਆਪਣੇ ਰਾਸ਼ਟਰ ਦੇ ਮੁਖੀ ਹੁੰਦੇ ਨੇ ਤੇ ਪ੍ਰਧਾਨ ਮੰਤਰੀ ਸਰਕਾਰ ਦੇ ਮੁਖੀ ਹੁੰਦੇ ਨੇ, ਇਹ ਵੱਡੇ ਅਹੁਦਿਆਂ ਤੇ ਜਿਹੜੇ ਵਿਰਾਜਮਾਨ ਹੁੰਦੇ ਨੇ, ਉਹਨਾਂ ਦਾ ਜੇ ਕਿਸੇ ਦੂਜੇ ਵਿਅਕਤੀ ਨਾਲ ਇਸ ਕਿਸਮ ਦੀ ਗੱਲ ਵਾਪਰੇ, ਜਿਹੜੀ ਗੱਲ ਦੀ ਚਰਚਾ ਹੋ ਰਹੀ ਹੈ ਕਿ ਪ੍ਰਧਾਨ ਮੰਤਰੀ ਪੰਜਾਬ ਆਏ, ਉਹਨਾਂ ਦੀ ਸਿਕਿਉਰਿਟੀ ਬ੍ਰੀਚ ਹੋਈ, ਔਰ ਉਸ ਸਿਕਿਉਰਿਟੀ ਬ੍ਰੀਚ ਨੂੰ ਜਿਵੇਂ ਕਿ ਮੁਲਕ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਕਈ ਕੁਆਟਰ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਦੀ ਸੇਫਟੀ ਤੇ ਸਿਕਿਉਰਿਟੀ ਨੂੰ ਖਤਰੇ ਵਿੱਚ ਪਾ ਦਿੱਤਾ ਗਿਆ। ਜੇਕਰ ਇਸ ਕਿਸਮ ਦੀ ਚਰਚਾ ਹੋਏਗੀ ਫਿਰ ਬਿਲਕੁਲ ਸੁਭਾਵਿਕ ਹੈ ਕਿ ਰਾਸ਼ਟਰ ਦੇ ਮੁਖੀ ਪ੍ਰੈਜ਼ੀਡੈਂਟ ਆਪਣੀ ਟੀਮ ਨੂੰ ਕਹਾਂਗੇ ਤਸਵੀਰਾਂ ਜ਼ਰੂਰ ਨਾਲ ਦੀ ਨਾਲ ਦਿਖਾਉਂਦੇ ਰਹਿਣ ਜਿਹੜੀ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਹੋਈ ਹੈ ਜੀ। ਸੋ ਇਸ ਕਰਕੇ ਜੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਕੋਲੋਂ ਇਸ ਗੱਲ ਦੀ ਇਨਕੁਆਇਰ ਕਰਦੇ ਨੇ ਜਿਹੜੀ ਕੱਲ ਦੀ ਇਨਸੀਡੈਂਟ ਦੀ ਚਰਚਾ ਹੋਈ ਹੈ, ਸੋ ਸੂਬੇ ਦੇ ਰਾਸ਼ਟਰ ਦੇ ਮੁਖੀ ਪ੍ਰੈਜ਼ੀਡੈਂਟ ਦੁਆਰਾ ਪ੍ਰਧਾਨ ਮੰਤਰੀ ਕੋਲੋਂ ਇਸ ਕਿਸਮ ਦੀ ਇਨਫੋਰਮੇਸ਼ਨ ਲੈਣਾ, ਇਸ ਕਿਸਮ ਦੀ ਇਨਕੁਆਇਰੀ ਕਰਨਾ ਇੱਕ ਪ੍ਰੋਟੋਕੋਲ ਹੈ, ਇੱਕ ਪ੍ਰੋਟੋਕੋਲ ਦਾ ਹਿੱਸਾ ਹੈ, ਔਰ ਇਹ ਕੰਸਰਨ ਹੈ, ਪ੍ਰੋਟੋਕੋਲ ਦਾ ਹਿੱਸਾ ਹੈ। ਇਹਦੇ 'ਚ ਕੋਈ ਗਲਤ ਗੱਲ ਨਹੀਂ ਹੈਗੀ, ਬਿਲਕੁਲ ਸੁਭਾਵਿਕ ਗੱਲ ਹੈਗੀ ਆ। ਮਾੜੀ ਗੱਲ ਇਹ ਆ ਜਿਹੜੀ ਤੁਸੀਂ ਦੂਜੀ ਗੱਲ ਕਰ ਰਹੇ ਹੋ। ਇਹਦੇ ਨਾਲ ਕਈ ਕੁਆਟਰ ਵਿੱਚ ਇਹ ਵੀ ਚਰਚਾ ਹੋ ਰਹੀ ਹੈ ਕਿ ਜਿਹੜੀ ਪੰਜਾਬ ਵਿੱਚ ਕੱਲ ਸਿਕਿਉਰਿਟੀ ਬ੍ਰੀਚ ਹੋਈ ਉਹ ਕਿਹਨੇ ਕਰਵਾਈ? ਆਮ ਤੌਰ ਤੇ ਕਿਹਾ ਜਾਂਦਾ ਕਿ ਜੀ ਕਿਸਾਨਾਂ ਨੇ ਕਰਵਾਈ ਹੈ, ਫਿਰ ਹੋਰ ਵੀ ਸਰਕਾਰ ਦੇ ਪਾਰਟ ਤੇ ਵੀ ਲੈਫਟ ਦੀ ਗੱਲ ਕੀਤੀ ਜਾਂਦੀ ਹੈ। ਸਭ ਤੋਂ ਮਾੜੀ ਗੱਲ ਇਹ ਆ ਕਿ ਜਦੋਂ ਇਹਨਾਂ ਨੂੰ ਕਿਸੇ ਖਾਸ ਅੱਤਵਾਦ ਜਾਂ ਵੱਖਵਾਦ ਵਰਗੀ ਫਲਸਫੇ ਨਾਲ ਜੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹ ਬੜੀ ਬਦਕਿਸਮਤੀ ਦੀ ਗੱਲ ਹੋਏਗੀ। ਤੁਹਾਨੂੰ ਯਾਦ ਹੋਏਗਾ ਕਿ ਦਿੱਲੀ ਵਿੱਚ ਜਦੋਂ ਕਿਸਾਨਾਂ ਦਾ ਸੰਘਰਸ਼ ਚੱਲਦਾ ਸੀ, ਉਦੋਂ ਵੀ ਬੜੀ ਕੋਸ਼ਿਸ਼ ਹੋਈ ਕਿ ਜੀ ਕਿਸਾਨ ਜਥੇਬੰਦੀਆਂ ਵਿੱਚ
ਵੱਖਵਾਦੀ ਬੈਠੇ ਨੇ, ਅੱਤਵਾਦੀ ਬੈਠੇ ਨੇ, ਇਹ ਖਾਲਿਸਤਾਨੀ ਮੂਵਮੈਂਟ ਹੈ, ਇਹ ਵੱਖਵਾਦੀ ਮੂਵਮੈਂਟ ਹੈ। ਬਹੁਤ ਵੱਡਾ ਸੰਜਮ ਵਰਤ ਕੇ, ਬਹੁਤ ਵੱਡੀਆਂ ਕੋਸ਼ਿਸ਼ ਕਰਕੇ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਆਪਣੇ ਆਪ ਨੂੰ ਇਸ ਰੰਗ ਵਿੱਚ ਪੇਸ਼ ਕਰਨ ਵਾਲੀ ਗੱਲ ਨੂੰ ਅਸਫਲ ਕੀਤਾ, ਸਫਲ ਨਹੀਂ ਹੋਣ ਦਿੱਤਾ। ਹੁਣ ਇਹ ਹੋਰ ਵੀ ਵੱਡੀ ਬਦਕਿਸਮਤੀ ਹੋਏਗੀ ਜੇ ਕਿਸਾਨ ਜਥੇਬੰਦੀਆਂ ਜਿਹੜੀਆਂ ਦਿੱਲੀ ਵਿੱਚ ਐਡਾ ਲੰਮਾ ਸੰਘਰਸ਼ ਚਲਾ ਕੇ ਆਪਣੇ ਆਪ ਨੂੰ ਇਸ ਕਿਸਮ ਦੇ ਲੇਬਲ ਤੋਂ ਬਚਾ ਸਕੀਆਂ ਨੇ, ਜੇ ਹੁਣ ਜਦੋਂ ਕਿਸਾਨ ਸੰਘਰਸ਼ ਦਾ ਇੱਕ ਦੂਜਾ ਪੜਾਅ ਪੰਜਾਬ ਵਿੱਚ ਸ਼ੁਰੂ ਹੋਇਆ, ਜੇ ਪੰਜਾਬ ਵਿੱਚ ਇਹ ਗੱਲ ਇਸ ਗੱਲ ਦਾ ਇੰਪਰੈਸ਼ਨ ਜਾਵੇ ਕਿ ਜਿਹੜੀ ਕੱਲ ਦੀ ਸਿਕਿਉਰਿਟੀ ਬ੍ਰੀਚ ਹੋਈ ਹੈ ਉਹ ਸਿਰਫ ਕਿਸਾਨ ਜਥੇਬੰਦੀਆਂ ਕਰਕੇ ਨਹੀਂ ਹੋਈ, ਉਹ ਕਿਸੇ ਖਾਸ ਆਈਡੀਓਲੋਜੀ ਦੇ ਲੋਕਾਂ ਕਰਕੇ ਹੋਈ ਹੈ, ਇਹ ਬਦਕਿਸਮਤੀ ਵਾਲੀ ਗੱਲ ਹੋਏਗੀ। ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਦਾ। ਇੱਕ ਤਾਂ ਹੈਗੇ ਨੇ ਜੈਨੂਅਨ ਸਿਕਿਉਰਿਟੀ ਕੰਸਰਨ, ਉਹ ਪ੍ਰਾਈਮ ਮਿਨਿਸਟਰ ਜਿਹੜੇ ਇਹ ਏਡੇ ਵੱਡੇ ਅਹੁਦੇ ਤੇ ਬੈਠੇ ਨੇ, ਉਸ ਵਿਅਕਤੀ ਦੀ ਸਿਕਿਉਰਿਟੀ ਬ੍ਰੀਚ ਹੋਵੇ ਉਹ ਹਰ ਵਿਅਕਤੀ ਦਾ ਕੰਸਰਨ ਹੋਏਗਾ, ਇਸ ਕਰਕੇ ਉਸ ਕਿਸਮ ਦੇ ਕੰਸਰਨ ਸੁਭਾਵਿਕ ਨੇ। ਪਰ ਨਾਲ ਦੀ ਨਾਲ ਮੈਂ ਦੱਸਦੇ ਹਾਂ ਕਿ ਜੇ ਗੱਲ ਨੂੰ ਤੁਸੀਂ ਐਗਜ਼ੈਜਰੇਟ ਕਰਕੇ ਪੇਸ਼ ਕਰਦੇ ਹੋ ਹੈ ਜੀ, ਜਿਵੇਂ ਕਿ ਹੋ ਰਿਹਾ, ਜਿਹਦੇ ਤੋਂ ਕਈ ਲੋਕ ਇਹ ਇਨਫਰ ਕਰ ਰਹੇ ਨੇ ਕਿ ਜੀ ਇਸ ਗੱਲ ਨੂੰ ਆਧਾਰ ਬਣਾ ਕੇ ਸ਼ਾਇਦ ਸੂਬੇ ਦੀ ਸਰਕਾਰ ਜਿਹੜੀ ਕਿ ਕਾਂਗਰਸ ਦੀ ਸਰਕਾਰ ਹੈ ਉਹਨੂੰ ਡਿਸਮਿਸ ਕਰ ਦਿੱਤਾ ਜਾਵੇ, ਡਿਸਮਿਸ ਕਰਕੇ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਜਾਵੇ ਹੈ ਜੀ। ਇਸ ਕਿਸਮ ਦੀ ਚਰਚਾ ਵੀ ਹੋ ਰਹੀ ਹੈ। ਹੁਣ ਤੁਹਾਨੂੰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਕਿ ਇੱਕ ਹੈਗਾ ਡਾਕਟਰ ਮੈਂ ਇੱਥੇ ਰੋਕਣਾ ਚਾਹਾਂਗਾ ਕਿ ਇਹ ਚਰਚਾ ਜਿਹੜੀ ਸਿਰਫ ਇੱਥੇ ਨਹੀਂ ਰੁਕ ਰਹੀ। ਕੁਝ ਲੋਕ ਇਹ ਗੱਲਾਂ ਸੋਚ ਰਹੇ ਹੋਣਗੇ ਕਿ ਵੈਸੇ ਹੀ 2-4 ਦਿਨਾਂ ਨੂੰ ਸਰਕਾਰ ਜਿਹੜੀ ਹੈ ਭੰਗ ਹੋ ਜਾਣੀ ਹੈ, ਇਹਦੇ ਵਿੱਚ ਕੀ ਖਾਸ ਹੈ, ਇਹਦੇ ਵਿੱਚ ਕੀ ਮੋਦੀ ਚਾਹੂਗਾ। ਪਰ ਕੁਝ ਲੋਕਾਂ ਦੇ ਧਿਆਨ ਦੇ ਵਿੱਚ ਇਹ ਗੱਲਾਂ, ਕੁਝ ਆਮ ਚਰਚਾ ਇਹ ਵੀ ਛਿੜ ਗਈ ਹੈ ਕਿ ਸਿਰਫ ਔਰ ਸਿਰਫ ਇਹ ਗੱਲ ਨਹੀਂ ਹੈ ਕਿ ਕਾਂਗਰਸ ਦੀ ਸਰਕਾਰ ਢਾਹ ਕੇ ਇੱਥੇ ਗਵਰਨਰ ਰਾਜ ਜਾਂ ਰਾਸ਼ਟਰਪਤੀ ਰਾਜ ਵੈਸੇ ਹੀ ਲੱਗ ਜਾਣਾ ਹੈ, ਕਿਉਂਕਿ ਜਦੋਂ ਸਰਕਾਰ ਦੇ ਜਿਹੜਾ ਟਾਈਮ ਪੂਰਾ ਹੋਣ ਵਾਲਾ ਹੈ, 1-2 ਦਿਨ ਦੇ ਵਿੱਚ ਜਿਹੜਾ ਉਹ ਚੋਣ ਜਾਬਤਾ ਲੱਗ ਜੂਗਾ। ਤਾਂ ਬਹੁਤ ਸਾਰੇ ਲੋਕ ਇਸ ਤਰੀਕੇ ਨਾਲ ਸੋਚਦੇ ਨੇ, ਪਰ ਬਹੁਤ ਸਾਰੇ ਲੋਕ ਇਸ ਤਰੀਕੇ ਨਾਲ ਸੋਚਦੇ ਨੇ ਕਿ ਸਿਰਫ ਇੰਨੀ ਗੱਲ ਨਹੀਂ, ਗੱਲ ਇਹ ਹੈ ਕਿ ਹੋ ਸਕਦਾ ਹੈ ਕਿ ਚੋਣਾਂ ਲੇਟ ਕਰਨ ਦੀ ਵੀ ਤਿਆਰੀ ਹੋਵੇ ਤੇ ਇਧਰੋਂ ਚੋਣ ਜਾਬਤਾ ਲੱਗ ਜਾਵੇ ਤੇ ਰਾਸ਼ਟਰਪਤੀ ਰਾਜ ਲੱਗ ਜਾਵੇ। ਕਿਵੇਂ ਦੇਖਦੇ ਹੋ ਡਾਕਟਰ ਸਾਹਿਬ, ਅਜਿਹੀ ਵੀ ਗੱਲ ਹੋ ਸਕਦੀ ਹੈ? ਚੋਣਾਂ ਵੀ ਲੇਟ ਕਰਾਈਆਂ ਜਾ ਸਕਦੀਆਂ, ਪੰਜਾਬ ਦੀ ਕਮਾਨ ਜਿਹੜੀ ਹੈ ਆਪਣੇ ਹੱਥ ਦੇ ਵਿੱਚ ਕੇਂਦਰ ਲੈ ਸਕਦਾ ਹੈ ਕਿ ਸਿਕਿਉਰਿਟੀ ਦਾ ਮੁੱਦਾ ਬਣਾ ਕੇ, ਖਾਲਿਸਤਾਨ ਦਾ ਮੁੱਦਾ ਬਣਾ ਕੇ, ਬਾਰਡਰ ਸਟੇਟ ਦਾ ਮੁੱਦਾ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਇਹੀ ਰਾਗ ਅਲਾਪ ਰਹੇ ਨੇ ਕਿ ਡਰੋਨ ਆ ਰਹੇ ਨੇ ਪੰਜਾਬ ਦੇ ਅੰਦਰ, ਜਿਸ ਤਰੀਕੇ ਦੇ ਬੇਅਦਬੀ ਦੀਆਂ ਘਟਨਾਵਾਂ, ਜਾਂ ਕਈ ਥਾਵਾਂ ਤੇ ਬੰਬ ਵੀ ਮਿਲੇ, ਟਿਫਨ ਬੰਬ ਵੀ ਮਿਲੇ, ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਾਣਬੁੱਝ ਕੇ ਮਾਹੌਲ ਜਿਹੜਾ ਪਿਛਲੇ ਕੁਝ ਦਿਨਾਂ ਤੋਂ ਬਣਾਇਆ ਗਿਆ। ਕੀ ਲੱਗਦਾ ਕਿ ਇਸ ਵਾਲੇ ਪਾਸੇ ਇਸ਼ਾਰਾ ਕਰਦਾ ਕਿ ਚੋਣਾਂ ਵੀ ਲੇਟ ਕਰਾ ਕੇ ਕੇਂਦਰ ਰਾਸ਼ਟਰਪਤੀ ਰਾਜ ਦੇ ਰਾਹੀਂ ਆਪਣੇ ਕਮਾਨ ਹੱਥ ਦੇ ਵਿੱਚ ਲੈਣਾ ਚਾਹੁੰਦਾ? ਸੁਖਵਿੰਦਰ, ਇੱਥੇ ਦੋ ਗੱਲਾਂ ਆਪਾਂ ਨੂੰ ਕਰਨੀਆਂ ਪੈਣੀਆਂ ਨੇ। ਤੁਸੀਂ ਨੋਟ ਕਰੋ ਕਿ ਨਰਿੰਦਰ ਮੋਦੀ ਜਿਹੜੇ ਮੁਲਕ ਦੇ ਪ੍ਰਧਾਨ ਮੰਤਰੀ ਨੇ, ਉਹ ਉਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਤੇ ਹਿੰਦੁਸਤਾਨ ਦੀ ਰੀਲਿੰਗ ਪਾਰਟੀ ਹੈ, ਔਰ ਹਿੰਦੁਸਤਾਨ ਦੇ ਬਹੁਤ ਸੂਬਿਆਂ ਵਿੱਚ ਪਾਵਰ ਵਿੱਚ ਹੈਗੀ ਹੈ। ਏਡੀ ਵੱਡੀ ਪਾਰਟੀ ਹਿੰਦੁਸਤਾਨ ਦੇ ਬਹੁਤੇ ਸੂਬਿਆਂ ਵਿੱਚ ਪਾਵਰ ਵਿੱਚ ਹੋਵੇ, ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੋਵੇ, ਇਸ ਕਰਕੇ ਉਸ ਪਾਰਟੀ ਦੇ ਪ੍ਰਾਈਮ ਮਿਨਿਸਟਰ ਨਾਲ ਲੋਕਾਂ ਦਾ ਭਾਵਕ ਲੈਵਲ ਤੇ ਜੁੜਨਾ ਸੁਭਾਵਿਕ ਹੋ ਜਾਂਦਾ ਹੈ। ਸੋ ਜਦੋਂ ਹੁਣ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਦੀ ਬ੍ਰੀਚ ਦੀ ਗੱਲ ਹੋ ਰਹੀ ਹੈ, ਹਿੰਦੁਸਤਾਨ ਦੇ ਅੰਦਰ ਜਿਹੜੇ ਲੋਕ ਬੀਜੇਪੀ ਦੇ ਸਮਰਥਕ ਨੇ, ਜਿਨ੍ਹਾਂ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਦੀ ਪਪੂਲੈਰਿਟੀ ਹੈ, ਉਹਨਾਂ ਦਾ ਇਸ ਕਿਸਮ ਦੇ ਭਾਵੁਕਤਾ ਦੇ ਲੈਵਲ ਤੇ ਜੁੜਨਾ ਸੁਭਾਵਿਕ ਹੈ। ਪਰੰਤੂ ਇਹ ਜਿਹੜੀਆਂ ਭਾਵੁਕਤਾ ਵਾਲੀਆਂ ਗੱਲਾਂ ਨੇ, ਇਹ ਭਾਵੁਕਤਾ ਵਾਲੀਆਂ ਗੱਲਾਂ ਲੋਕਾਂ ਦੇ ਲੈਵਲ ਤੇ ਹੋਣਾ ਹੋਰ ਚੀਜ਼ ਹੈ। ਸਰਕਾਰ ਇਹਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ ਪੰਜਾਬ ਦੀ ਸਰਕਾਰ ਨੂੰ ਡਿਸਮਿਸ ਕਰੇਗੀ, ਉਹ ਇੱਕ ਹੋਰ ਪ੍ਰਪੋਜੀਸ਼ਨ ਹੈ। ਮੈਂ ਕੱਲ ਵੀ ਇਹ ਗੱਲ ਕਹੀ ਸੀਗੀ ਕਿ ਸਿਕਿਉਰਿਟੀ ਬ੍ਰੀਚ ਨੂੰ ਆਧਾਰ ਬਣਾ ਕੇ ਕਿਸੇ ਸੂਬੇ ਦੀ ਸਰਕਾਰ ਡਿਸਮਿਸ ਹੋਈ ਹੋਵੇ, ਮੈਨੂੰ ਇਸ ਗੱਲ ਦੀ ਉਦਾਹਰਨ ਮੇਰੇ ਦਿਮਾਗ 'ਚ ਨਹੀਂ ਹੈਗੀ, ਇਸ ਤਰ੍ਹਾਂ ਕਦੇ ਹੋਇਆ ਨਹੀਂ। ਸੋ ਪੰਜਾਬ ਦੀ ਸਰਕਾਰ ਨੂੰ ਕੇਂਦਰ ਦੀ ਸਰਕਾਰ ਸਿਕਿਉਰਿਟੀ ਬ੍ਰੀਚ ਜਿਹੜੀ ਕੱਲ ਹੋਈ ਹੈ, ਜਿਹਦੇ ਬਾਰੇ ਅਜੇ ਕਈ ਤੱਥ ਆਉਣੇ ਬਾਕੀ ਨੇ, ਜੇ ਉਹਨੂੰ ਆਧਾਰ ਬਣਾ ਕੇ ਕੇਂਦਰ ਦੀ ਸਰਕਾਰ ਪੰਜਾਬ ਦੀ ਸਰਕਾਰ ਨੂੰ ਡਿਸਮਿਸ ਕਰਦੀ ਹੈ, ਉਹ ਗੱਲ ਕੋਈ ਪੋਲੀਟੀਕਲੀ ਠੀਕ ਨਹੀਂ ਹੋਏਗੀ। ਕਿਉਂ ਠੀਕ ਨਹੀਂ ਹੋਈ? ਮੇਰਾ ਮਤ ਇਹ ਹੈ ਕਿ ਜੇ ਤੁਸੀਂ ਇੱਕ ਇਲੈਕਟਡ ਸਰਕਾਰ ਨੂੰ ਉਸ ਕਿਸਮ ਦਾ ਆਧਾਰ ਬਣਾ ਕੇ ਡਿਸਮਿਸ ਕਰਦੇ ਹੋ
ਜਿਹੜਾ ਕੋਈ ਵਾਜਬ ਆਧਾਰ ਨਹੀਂ ਬਣਦਾ ਸਰ ਪ੍ਰੈਜ਼ੀਡੈਂਸ਼ੀਅਲ। ਡਿਸਮਿਸ ਕਰਨ ਦੀ ਜ਼ਰੂਰਤ ਹੀ ਨਹੀਂ, ਮੇਰੇ ਖਿਆਲ 'ਚ 2-3 ਦਿਨਾਂ ਤੱਕ ਵੈਸੇ ਹੀ ਉਹਨਾਂ ਦਾ ਸਮਾਂ ਪੂਰਾ ਪੂਰਾ ਜਿਹੜਾ ਹੋਣ ਜਾ ਰਿਹਾ, ਉਸ ਤੋਂ ਬਾਅਦ ਇਸ ਚੀਜ਼ ਨੂੰ ਆਧਾਰ ਬਣਾ ਕੇ ਚੋਣਾਂ ਲੇਟ ਕਰਵਾਉਣ ਵਾਲੀ ਗੱਲ ਕੀਤੀ ਮੈਂ ਕਰ ਰਿਹਾ। ਹਾਂ, ਹੋ ਸਕਦਾ ਏਦਾਂ? ਇਹਦੀ ਗੱਲ ਮੈਂ ਤੁਹਾਨੂੰ ਇਸ ਗੱਲ ਦਾ ਵੀ ਮੈਂ ਤੁਹਾਨੂੰ ਜਵਾਬ ਦਿੰਦਾ ਹੈਗਾ। ਜਿਹੜੀ ਤੁਸੀਂ ਦੂਜੀ ਗੱਲ ਕਰਦੇ ਹੋ ਕਿ ਜੀ ਕੁਝ ਦਿਨ ਬਾਅਦ ਕੋਡ ਆਫ ਕੰਡਕਟ ਲੱਗ ਜਾਣਾ ਤੇ ਫਿਰ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਪੰਜਾਬ ਦੀ ਇਲੈਕਸ਼ਨ ਜਿਹੜਾ ਡਿਊ ਟਾਈਮ ਵਿੱਚ ਕਰਾਉਣ ਦੀ ਬਜਾਏ ਲੇਟ ਕਰ ਦੇਵੇ, ਆਪਣੀ ਮਰਜ਼ੀ ਨਾਲ ਕਰਵਾਵੇ, ਉਹ ਵੀ ਗੱਲ ਰਾਜਨੀਤਿਕ ਤੌਰ ਤੇ ਕੋਈ ਨਾ ਤਾਂ ਸਿਆਣੀ ਹੋਏਗੀ, ਨਾ ਬੀਜੇਪੀ ਦੀ ਹੱਕ ਵਿੱਚ ਜਾਏਗੀ। ਮੇਰੀ ਸੋਚ ਮੁਤਾਬਕ ਜਿਹੜੀ ਸਿਕਿਉਰਿਟੀ ਬ੍ਰੀਚ ਦਾ ਮਸਲਾ ਉਹ ਥੋਰੋਲੀ ਇਨਵੈਸਟੀਗੇਟ ਹੋਏਗਾ। ਸੁਪਰੀਮ ਕੋਰਟ ਵਿੱਚ ਵੀ ਮਾਮਲਾ ਜਾ ਚੁੱਕਿਆ, ਪਰੰਤੂ ਪੰਜਾਬ ਦੀ ਇਲੈਕਸ਼ਨ ਦੀ ਪ੍ਰਕਿਰਿਆ ਚੱਲਦੀ ਰਹੇਗੀ, ਇਹ ਨਹੀਂ ਰੋਕੀ ਜਾਏਗੀ। ਜੇਕਰ ਕੇਂਦਰ ਦੀ ਸਰਕਾਰ ਪੰਜਾਬ ਦੀ ਇਲੈਕਸ਼ਨ ਨੂੰ ਰੋਕਦੀ ਆ, ਇਹ ਗੱਲ ਰਾਜਨੀਤਿਕ ਤੌਰ ਤੇ ਬੀਜੇਪੀ ਦੇ ਹੱਕ ਵਿੱਚ ਨਹੀਂ ਜਾਏਗੀ, ਖਾਸ ਕਰਕੇ ਉਦੋਂ ਜਦੋਂ ਹਿੰਦੁਸਤਾਨ ਦੀ ਸੁਪਰੀਮ ਕੋਰਟ ਲਗਾਤਾਰ ਇਸ ਕਿਸਮ ਦੀਆਂ ਡਿਵੈਲਪਮੈਂਟਸ ਤੋਂ ਵਾਕਫ ਰਹਿੰਦੀ ਹੈ। ਜਾਣੀ ਕਿ ਜੇ ਕੇਂਦਰ ਦੀ ਸਰਕਾਰ ਕੋਈ ਐਸ ਗੱਲ ਨੂੰ ਉਧਾਰ ਬਣਾ ਕੇ ਚੋਣਾਂ ਪੋਸਟਪੋਨ ਕਰਦੀ ਹੈ ਜਿਹੜੀਆਂ ਕਨਸਟੀਟਿਊਸ਼ਨਲੀ ਵੈਲਿਡ ਨਹੀਂ ਹੈਗੀਆਂ, ਫਿਰ ਸੁਪਰੀਮ ਕੋਰਟ ਆਫ ਇੰਡੀਆ ਵੀ ਇੰਟਰਵੀਨ ਕਰ ਸਕਦੀ ਹੈ। ਸੋ ਇਸ ਤਰ੍ਹਾਂ ਨਹੀਂ ਹੋਏਗਾ। ਹੁਣ ਤੀਜੀ ਗੱਲ ਜਿਹੜੀ ਸਭ ਤੋਂ ਮਹੱਤਵਪੂਰਨ ਹੈ, ਜਿਹੜੇ ਇਸ ਕਿਸਮ ਦੇ ਮੁੱਦੇ ਹੁੰਦੇ ਨਾ ਸੁਖਵਿੰਦਰ, ਇਹਨਾਂ ਮੁੱਦਿਆਂ ਦੀ ਅਸਲੀ ਮਹੱਤਤਾ ਰਾਜਨੀਤਿਕ ਹੁੰਦੀ ਹੈ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ, ਜਿਹੜੀ ਉਦਾਹਰਨ ਤੁਹਾਡੇ ਸਵਾਲ ਦਾ ਆਪਣੇ ਆਪ 'ਚ ਜਵਾਬ ਬਣ ਜਾਏਗੀ। 1984 ਵਿੱਚ ਜਿਹੜੀ ਇਲੈਕਸ਼ਨ ਹੋਈ ਇੰਦਰਾ ਗਾਂਧੀ ਦੇ ਅਸੈਸੀਨੇਸ਼ਨ ਤੋਂ ਬਾਅਦ, ਉਹਦਾ ਸਾਰਾ ਕੰਟੈਕਸਟ ਪੰਜਾਬ ਦੀ ਮਿਲੀਟੈਂਸੀ ਦਾ ਪੀਰੀਅਡ ਸੀਗਾ। ਜਦੋਂ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਹੋ ਗਈ ਤਾਂ ਕਾਂਗਰਸ ਨੇ ਸਾਰੇ ਹਿੰਦੁਸਤਾਨ ਵਿੱਚ, ਸਾਰੇ ਕੰਟਰੀ ਵਿੱਚ ਜਿਹੜਾ ਅਕਾਲੀ ਦਲ ਦਾ ਅਨੰਦਪੁਰ ਸਾਹਿਬ ਦਾ ਮਤ ਹੈ ਨਾ, ਉਹਨੂੰ ਬਹੁਤ ਵੱਡੇ ਲੈਵਲ ਤੇ ਉਹਦੇ ਬਾਰੇ ਇਹ ਕਹਿ ਕੇ ਪ੍ਰਚਾਰ ਕੀਤਾ ਗਿਆ ਕਿ ਅਨੰਦਪੁਰ ਸਾਹਿਬ ਦਾ ਮਤਾ ਵੱਖਵਾਦੀ ਹੈ। ਜੇਕਰ ਅਨੰਦਪੁਰ ਸਾਹਿਬ ਦਾ ਮਤਾ ਮੰਨ ਲਿਆ ਜਾਵੇ, ਮੁਲਕ ਦੇ ਟੋਟੇ ਟੋਟੇ ਹੋ ਜਾਣਗੇ। ਜਾਣੀ ਕਿ ਕਾਂਗਰਸ ਆਪਣੇ ਆਪ ਨੂੰ ਉਸ ਅਨੰਦਪੁਰ ਸਾਹਿਬ ਮਤੇ ਦੇ ਖਿਲਾਫ ਖੜੀ ਦੇਖੀ ਜਾਵੇ, ਇਸ ਕਿਸਮ ਦੀ ਕੋਸ਼ਿਸ਼ ਕਾਂਗਰਸ ਨੇ ਕੀਤੀ। ਤੇ ਇਹ ਵੀ ਤੁਹਾਨੂੰ ਮੈਂ ਦੱਸ ਦਿਆਂ ਕਿ 84 ਦਸੰਬਰ ਦੀ ਇਲੈਕਸ਼ਨ ਵਿੱਚ ਕਾਂਗਰਸ ਨੂੰ 49%, ਜਾਣੀ ਕਿ ਇਤਿਹਾਸ ਵਿੱਚ ਅੱਜ ਤੱਕ ਕਦੇ ਨਹੀਂ ਹੋਇਆ, ਹਿੰਦੁਸਤਾਨ ਦੇ ਇਤਿਹਾਸ ਵਿੱਚ ਅੱਜ ਤੱਕ ਕਦੇ ਨਹੀਂ ਹੋਇਆ, ਕਿਸੇ ਪਾਰਟੀ ਨੂੰ ਇਲੈਕਸ਼ਨ ਵਿੱਚ 50% ਦੇ ਲਗਭਗ ਵੋਟਾਂ ਮਿਲੀਆਂ ਹੁਣ ਕਾਂਗਰਸ ਨੂੰ ਮਿਲੀਆਂ। ਕਿਸ ਗੱਲ ਨੂੰ ਉਦਾਹਰ ਬਣਾ ਕੇ ਮਿਲੀਆਂ ਕਿ ਅਨੰਦਪੁਰ ਸਾਹਿਬ ਦਾ ਮਤਾ ਵੱਖਵਾਦੀ ਹੈ। ਫਿਰ ਕਮਾਲ ਦੀ ਚੀਜ਼ ਇਹ ਹੈ, ਇਲੈਕਸ਼ਨ ਹੋ ਗਈ, ਬਾਅਦ ਵਿੱਚ ਰਾਜੀਵ ਲੌਂਗੋਵਾਲ ਅਕੋਰਡ ਹੋਇਆ। ਜਿਹੜਾ ਰਾਜੀਵ ਲੌਂਗੋਵਾਲ ਅਕੋਰਡ ਹੋਇਆ, ਸ਼ਾਇਦ 85 'ਚ ਹੋਇਆ ਸੀਗਾ, ਉਹਦੇ 'ਚ ਉਸ ਅਨੰਦਪੁਰ ਸਾਹਿਬ ਦੇ ਮਤੇ ਨੂੰ ਉਧਾਰ ਬਣਾਇਆ ਗਿਆ। ਜਾਣੀ ਕਿ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ 84 ਵਿੱਚ ਵੱਖਵਾਦੀ ਸੀ, ਉਹੀ ਅਨੰਦਪੁਰ ਸਾਹਿਬ ਦਾ ਮਤਾ 1 ਸਾਲ ਬਾਅਦ ਰਾਜੀਵ ਲੌਂਗੋਵਾਲ ਅਕੋਰਡ ਦਾ ਹਿੱਸਾ ਬਣ ਗਿਆ। ਦੱਸਣਾ ਮੈਂ ਤੁਹਾਨੂੰ ਇਹ ਚਾਹੁੰਦਾ ਕਿ ਪਾਰਟੀਆਂ ਇਹਨਾਂ ਮੁੱਦਿਆਂ ਨੂੰ ਰਾਜਨੀਤਿਕ ਤੌਰ ਤੇ ਯੂਜ਼ ਕਰਦੀਆਂ ਨੇ ਆਪਣੇ ਰਾਜਨੀਤਿਕ ਮਨੋਰਥਾਂ ਲਈ, ਹੈ ਜੀ। ਸੋ ਇਹ ਬਦਕਿਸਮਤੀ ਦੀ ਗੱਲ ਹੋਏਗੀ। ਇੱਕ ਗੱਲ ਮੈਂ ਹੋਰ ਐਡ ਕਰ ਦਿਆਂ, ਪੰਜਾਬ ਦੇ ਅੰਦਰ ਜਿਹੜੀ ਮਿਲੀਟੈਂਸੀ ਤੋਂ ਬਾਅਦ ਦਾ ਪੀਰੀਅਡ ਹੈ, ਉਹਦੇ 'ਚ ਜਿਸ ਕਿਸਮ ਦਾ ਸਾਡਾ ਪੰਜਾਬ ਨੂੰ ਜਿਸ ਕਿਸਮ ਦੀਆਂ ਦੇ ਕੰਟੈਕਸਟ ਵਿੱਚ, ਰੰਗ ਵਿੱਚ ਪੰਜਾਬ ਨੂੰ ਅੱਤਵਾਦ ਦੇ ਦਿਨਾਂ ਵਿੱਚ ਡਿਪਿਕਟ ਕੀਤਾ ਗਿਆ, ਪੰਜਾਬ ਦੇ ਲੋਕਾਂ ਦੀ ਇਹ ਕੋਸ਼ਿਸ਼ ਰਹੀ ਹੈ ਕਿ ਦੁਬਾਰਾ ਪੰਜਾਬ ਨੂੰ ਉਸ ਰੰਗ ਵਿੱਚ ਕਦੇ ਨਾ ਰੰਗਿਆ ਜਾਵੇ, ਨਾ ਡਿਪਿਕਟ ਕੀਤਾ ਜਾਵੇ। ਯਾਨੀ ਕਿ ਜੇਕਰ ਕਿਸਾਨ ਜਥੇਬੰਦੀਆਂ ਵਿੱਚ ਲਗਾਤਾਰ ਇਹ ਕੋਸ਼ਿਸ਼ ਰਹੀ ਹੈ ਕਿ ਉਹਨਾਂ ਨੂੰ ਅੱਤਵਾਦੀ, ਵੱਖਵਾਦੀ ਨਾ ਕਿਹਾ ਜਾਵੇ, ਉਹ ਗੱਲ ਹੁਣ ਵੀ ਹੈਗੀ ਆ। ਪੰਜਾਬ ਵਿੱਚ ਇਸ ਵੇਲੇ ਜਿਹੜੀ ਵੱਖਵਾਦ ਤੇ ਅੱਤਵਾਦ ਦੀਆਂ ਗੱਲਾਂ ਤਾਂ ਹੁੰਦੀਆਂ ਨੇ, ਪਰੰਤੂ ਪੰਜਾਬ ਵਿੱਚ ਇਸ ਕਿਸਮ ਦੀ ਸੋਚ ਦੀ ਕੋਈ ਥਾਂ ਨਹੀਂ ਹੈਗੀ। ਪਰ ਫਿਰ ਵੀ ਮੈਂ ਤੁਹਾਡੇ ਗੱਲ ਦਾ ਜਵਾਬ ਦੇ ਰਿਹਾ, ਫਿਰ ਵੀ ਰਾਜਨੀਤਿਕ ਤੌਰ ਤੇ ਇਸ ਕਿਸਮ ਦੀਆਂ ਗੱਲਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ, ਹੁਣ ਵੀ ਹੋ ਰਹੀਆਂ ਨੇ। ਕਿ ਇਹ ਜਿਹੜੇ ਲੋਕਾਂ ਕਰਕੇ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਨੂੰ ਸੋ ਕਾਲਡ ਬ੍ਰੀਚ ਹੋਇਆ, ਉਸ ਬ੍ਰੀਚ ਨੂੰ ਵੱਖਵਾਦੀ, ਅੱਤਵਾਦੀਆਂ ਦੇ ਖਾਤੇ ਵਿੱਚ ਪਾ ਕੇ ਵਧਾ ਚੜਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਖਾਸ ਕਰਕੇ ਜਦੋਂ ਸਾਡੇ ਆਪਣੇ ਕੈਪਟਨ ਅਮਰਿੰਦਰ ਸਿੰਘ ਇਸ ਕਿਸਮ ਦੇ ਖਤਰਿਆਂ ਨੂੰ ਲਗਾਤਾਰ ਉਛਾੜਦੇ ਰਹਿੰਦੇ ਨੇ। ਸੋ ਇਹਨਾਂ ਚੀਜ਼ਾਂ ਦੀ ਮਹੱਤਤਾ ਹੈਗੀ ਰਾਜਨੀਤਿਕ।
ਰਾਜਨੀਤਿਕ ਤੌਰ ਤੇ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ, ਸੰਵਿਧਾਨਕ ਤੌਰ ਤੇ ਮੀਨਿੰਗ ਹੋਰ ਹੈ। ਅਸੀਂ ਤਾਂ ਇਹ ਵੀ ਦੁਆ ਕਰਦੇ ਹਾਂ ਕਿ ਇਹਨਾਂ ਚੀਜ਼ਾਂ ਨੂੰ ਰਾਜਨੀਤਿਕ ਤੌਰ ਤੇ ਨਾ ਉਛਾਲਿਆ ਜਾਵੇ। ਜੇ ਕੱਲ ਦੀ ਬਰੀਚ, ਸਿਕਿਉਰਿਟੀ ਬਰੀਚ ਕਿਸਾਨਾਂ ਦੇ ਪ੍ਰੋਟੈਸਟ ਨਾਲ ਜੁੜਦੀ ਹੈ ਤਾਂ ਉਸ ਪ੍ਰੋਟੈਸਟ ਨੂੰ ਕਿਸਾਨਾਂ ਦਾ ਪ੍ਰੋਟੈਸਟ ਹੀ ਸਮਝਿਆ ਜਾਵੇ, ਉਸ ਪ੍ਰੋਟੈਸਟ ਨੂੰ ਕੋਈ ਅੱਤਵਾਦੀ ਵੱਖਵਾਦੀ ਨਾ ਸਮਝਿਆ ਜਾਵੇ, ਜਿਹੜੀ ਕਿ ਸੱਚ ਹੈ ਜੀ। ਸੋ ਇਹ ਕੋਈ ਗਰਾਊਂਡ ਬਣਦੀ ਨਹੀਂ। ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋ ਜਾਏਗਾ ਜਾਂ ਪੰਜਾਬ ਤੇ ਫਿਰ ਜਿਹੜੀਆਂ ਸੋਸ਼ਲ ਮੀਡੀਆ ਤੇ ਸਰ ਚਰਚਾਵਾਂ ਨੇ ਪ੍ਰਧਾਨ ਮੰਤਰੀ ਦੀ ਹੁਣੇ ਮੀਟਿੰਗ ਤੋਂ ਬਾਅਦ ਜਿਹੜੀਆਂ ਇੱਕਦਮ ਵੱਖ-ਵੱਖ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਆਮ ਲੋਕਾਂ ਦੇ ਵਿੱਚ ਜਿਹੜੀ ਚਰਚਾ ਛਿੜੀ ਹੈ, ਇਹਦਾ ਫਿਰ ਕੋਈ ਬਹੁਤਾ ਆਧਾਰ ਨਹੀਂ, ਜਾਂ ਆਪਾਂ ਕਹਿ ਦਈਏ ਇਸ ਕਿਸਮ ਦੀਆਂ ਕੋਈ ਗੱਲਾਂ ਵਾਲੇ ਪਾਸੇ ਬੀਜੇਪੀ ਨਹੀਂ ਤੁਰ ਸਕਦੀ, ਜਾਂ ਸਿਰਫ ਪਲੈਨਿੰਗ ਕਰ ਰਹੀ ਹੋਊਗੀ? ਤੁਸੀਂ ਸ਼ਬਦ ਯੂਜ਼ ਕਰ ਰਹੇ ਹੋ ਆਧਾਰ, ਜਿਹੜਾ ਤੁਸੀਂ ਆਧਾਰ ਕਹਿ ਰਹੇ ਹੋ ਨਾ, ਉਹਨੂੰ ਤੁਸੀਂ ਦੇਖੋ। ਜਿਹੜੀ ਗੱਲ ਮੈਂ ਕਹੀ ਹੈ ਕਿ ਇਸ ਗੱਲ ਦੀ ਅਸਲੀ ਮਹੱਤਤਾ ਰਾਜਨੀਤਿਕ ਹੈ। ਰਾਜਨੀਤਿਕ ਤੌਰ ਤੇ ਬੀਜੇਪੀ ਇਸ ਡਿਵੈਲਪਮੈਂਟ ਨੂੰ ਯੂਜ਼ ਕਰੇਗੀ, ਕਿਉਂ ਨਾ ਕਰੇ, ਸਾਰੀਆਂ ਪਾਰਟੀਆਂ ਕਰਦੀਆਂ ਨੇ। ਸਿਕਿਉਰਿਟੀ ਬ੍ਰੀਚ ਪੇਸ਼ ਕਰਦੇ ਹੋਏ, ਪ੍ਰਾਈਮ ਮਿਨਿਸਟਰ ਨੂੰ ਦੀ ਲਾਈਫ ਨੂੰ ਥ੍ਰੈਟ ਇੰਪੋਜ਼ ਕਰਦੇ ਹੋਏ ਇਹਨਾਂ ਗੱਲਾਂ ਨੂੰ ਯੂਜ਼ ਕੀਤਾ ਜਾਏਗਾ, ਪ੍ਰਚਾਰਿਆ ਜਾਏਗਾ। ਇਹਨਾਂ ਗੱਲਾਂ ਕਰਕੇ ਰਾਜਨੀਤਿਕ, ਤੁਸੀਂ ਇਹ ਦੱਸੋ ਵੀ ਜੇਕਰ ਕੱਲ ਦੀ ਰੈਲੀ, ਇਹ ਜਿਹੜੀਆਂ ਦੋ ਤਿੰਨ ਗੱਲਾਂ ਮੋਟੇ ਤੌਰ ਤੇ ਕੀਤੀਆਂ ਜਾ ਰਹੀਆਂ ਨੇ ਕਿ ਰੈਲੀ ਕਿਉਂ ਨਹੀਂ ਹੋਈ, ਉਹਨਾਂ 'ਚ ਇੱਕ ਮੋਟੀ ਗੱਲ ਇਹ ਹੈ ਕਿ ਉਸ ਰੈਲੀ ਵਿੱਚ ਲੋਕ ਨਹੀਂ ਆਏ, ਇਸ ਕਰਕੇ ਰੈਲੀ ਕੈਂਸਲ ਕਰਨੀ ਪਈ। ਜੇ ਇਹ ਕਾਰਨ ਹੈ ਜਿਹੜਾ ਕਿ ਬਹੁਤ ਮੋਟੇ ਲੈਵਲ ਤੇ ਨਜ਼ਰ ਆ ਰਿਹਾ, ਫਿਰ ਬੀਜੇਪੀ ਪੰਜਾਬ ਵਿੱਚ ਜਿਹੜੀ ਹੁੰਦਾ ਨਾ ਕਿ ਗੁੱਡ ਬਿਗਨਿੰਗ 2022 ਦੀ ਇਲੈਕਸ਼ਨ ਦੇ ਕੰਟੈਕਸਟ ਵਿੱਚ ਗੁੱਡ ਬਿਗਨਿੰਗ ਕਰਨ ਵਿੱਚ ਫੇਲ ਹੋ ਗਈ। ਜੇ ਕੱਲ ਦੀ ਰੈਲੀ ਕਾਮਯਾਬ ਹੋ ਜਾਂਦੀ, ਫਿਰ ਬੀਜੇਪੀ ਨਾਲ ਜੁੜੇ ਲੋਕਾਂ ਨੂੰ ਇਸ ਗੱਲ ਦੀ ਸੈਟਿਸਫੈਕਸ਼ਨ ਹੋਣੀ ਸੀ ਕਿ ਅਸੀਂ ਕਿ ਬਹੁਤ ਵੱਡੀ ਲੀਡ ਲੈ ਰਹੀ ਹੈ, ਆਸ ਬਣ ਜਾਣੀ ਸੀ। ਹੁਣ ਜਦੋਂ ਕੱਲ ਦੀ ਰੈਲੀ ਫੇਲ ਹੋ ਗਈ ਹੈ, ਹੁਣ ਕਿਹੜੀ ਗੱਲ ਨੂੰ 2022 ਦੀ ਇਲੈਕਸ਼ਨ ਵਿੱਚ ਯੂਜ਼ ਕਰਨਗੇ? ਇਹ ਤਾਂ ਨਹੀਂ ਨਾ ਕਹਿ ਸਕਦੇ ਕਿ ਰੈਲੀ ਇਸ ਕਰਕੇ ਫੇਲ ਹੋਈ ਕਿ ਲੋਕ ਨਹੀਂ ਆਏ। ਇਹ ਜਿਹੜੀ ਇਸ ਕਰਕੇ ਜਿਹੜੀ ਸਿਕਿਉਰਿਟੀ ਬ੍ਰੀਚ ਵਾਲੀ ਐਕਸਪਲੇਨੇਸ਼ਨ ਹੈ, ਉਸ ਐਕਸਪਲੇਨੇਸ਼ਨ ਨੂੰ ਬੀਜੇਪੀ ਦੇ ਲੈਵਲ ਤੇ, ਵੱਡੇ ਲੈਵਲ ਤੇ ਉਛਾਲਿਆ ਜਾਵੇਗਾ ਹੈ ਜੀ। ਉਹਦੇ ਚੋਂ ਆਉਣ ਵਾਲੇ ਦਿਨਾਂ ਵਿੱਚ ਹੋਰ ਫੈਕਟਸ ਬਾਹਰ ਆਉਣਗੇ, ਜਿਵੇਂ ਪੰਜਾਬ ਸਰਕਾਰ ਨੇ ਵੀ ਉਹਦੀ ਇਨਕੁਆਇਰੀ ਕਰਾਈ ਹੈ, ਸੈਂਟਰ ਦੀ ਗਵਰਨਮੈਂਟ ਵੀ ਇਨਕੁਆਇਰੀ ਕਰਾਏਗੀ। ਸੋ ਜਿਹੜੇ ਤੱਥ ਨੇ ਇਸ ਸਿਕਿਉਰਿਟੀ ਬ੍ਰੀਚ ਨਾਲ ਸੰਬੰਧਿਤ ਉਹ ਹੋਰ ਸਾਡੇ ਸਾਹਮਣੇ ਆਉਣਗੇ ਹੈ ਜੀ। ਸੋ ਪਰੰਤੂ ਰਾਜਨੀਤਿਕ ਤੌਰ ਤੇ ਬੀਜੇਪੀ ਇਸ ਬ੍ਰੀਚ ਨੂੰ ਯੂਜ਼ ਕਰੇਗੀ, ਇਹ ਕਹਿ ਕੇ ਕਿ ਪ੍ਰਾਈਮ ਮਿਨਿਸਟਰ ਨੂੰ ਡੈਲੀਬਰੇਟਲੀ ਸੂਬੇ ਦੀ ਸਰਕਾਰ ਨੇ ਸਿਕਿਉਰਿਟੀ ਥ੍ਰੈਟ ਇੰਪੋਜ਼ ਕੀਤਾ, ਨੰਬਰ 1। ਨੰਬਰ 2, ਇਸ ਬ੍ਰੀਚ ਨੂੰ ਕਿਸੇ ਖਾਸ ਫਲਸਫੇ ਨਾਲ ਜੋੜਨ ਦੀ ਕੋਸ਼ਿਸ਼ ਹੋਏਗੀ। ਬਿਲਕੁਲ। ਤਾਂ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਇਹਨਾਂ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਸ਼ੁਕਰੀਆ। ਤਾਂ ਇਹ ਸਨ ਡਾਕਟਰ ਕੁਲਦੀਪ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਚਰਚਾ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਵਿਚਾਰ ਚਰਚਾ ਜਿਹੜੀ ਹੈ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।